ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਸਦੇ ਰਹਿਓ ਤੀਰ ਇਸ ਨਈ, ਨਈ ਚੌਧਰਤਾ ਤੁਮਕੋ ਦਈ। ਬਸਦੇ ਰਹਿਓ ਤੀਰ ਇਸ ਨਈ, ਨਈ ਚੌਧਰਤਾ ਤੁਮਕੋ ਦਈ। ਸਤਨਾਮ ਸ੍ਰੀ ਵਾਹਿਗੁਰੂ ਜੀ। ਬੰਧਨ ਕੋ ਲੇਤੀ ਬੰਧਤਾ ਕੋ ਦੇਤ ਜਨ, ਪ੍ਰੀਤ ਲੇਤ ਦੇਤ ਹੈ ਪ੍ਰਤੀਤ ਸੁਖ ਸੇਤ ਹੈ। ਭਾਉ ਉਰ ਲੇਤੀ ਬਡੋ ਪ੍ਰਭਾਉ ਦੇਤ ਆਪ, ਨਿਰਗੁਣ ਪਦ ਦੇਤ ਗੁਣ ਦੇਖ ਲੇਤ ਹੈ। ਥੋੜੀ ਜਈ ਭੇਟ ਲੇਤ ਜਮ ਕੀ ਭੇਟ ਦੇਤ, ਸਤਿਗੁਰ ਨਾਨਕ ਜੀ ਕਰ ਨਾਨਕੇਤ ਹੈ। ਅੰਤਾ ਲੇਤ ਦਾਸਨ ਕੀ ਅੰਗ ਬ੍ਰਹਮ ਦੇ ਤੋਰ, ਮਾਨ ਲੇਤ ਚਰਨ ਮੈਂ ਮੁਕਤ ਕੋ ਦੇਤ ਹੈ। ਏਕ ਓੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜੇ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ। ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਬਿਰਤੀਆਂ ਬਾਹਰੋਂ ਕਾਗਰ ਕਰਨ ਦੀ ਖੇਚਲ ਕਰੋ। ਭਗਤ ਵਸ਼ਲ ਪਤਤ ਪਾਵਨ ਦੀਨਾ ਬੰਦੋ, ਤਿੰਨੇ ਲੋਕਾਂ ਦੇ ਮਾਲਕ ਸਾਂਝੇ ਰਹਿਬਰ ਨਿਰੰਕਾਰੀ ਜੋਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਾਰਾਂ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ, ਸਤਿਗੁਰੂ ਜੀ ਮਾਲਵੇ ਦੇ ਇਲਾਕੇ ਨੂੰ ਭਾਗ ਲਗਾਉਂਦਿਆਂ ਹੋਇਆਂ ਪਿੰਡਾਂ ਔਰ ਵੱਡੇ ਵੱਡੇ ਨਗਰਾਂ ਦੇ ਵਿੱਚ ਗੁਰਮਤਿ ਦਾ ਜਿਹੜਾ ਪ੍ਰਚਾਰ ਕਰ ਰਹੇ ਸਨ। ਜੋ ਵੀ ਦਸ਼ਮੇਸ਼ ਪਿਤਾ ਨੇ ਇਸ ਇਲਾਕੇ ਦੇ ਵਿੱਚ ਆਪਣੇ ਮੁਬਾਰਕ ਚਰਨ ਪਾਏ, ਉਹਦਾ ਸਾਰਿਆਂ ਨਾਲੋਂ ਵੱਡਾ ਨਿਸ਼ਾਨਾ ਮਨੋਰਥ ਇਹੀ ਹੈ, ਤੀਰਥ ਉਦਮ ਸਤਿਗੁਰੂ ਕੀਆ ਸਭ ਲੋਕ ਉਧਰਨ ਅਰਥਾ। ਪਿੰਡਾਂ ਨਗਰਾਂ ਦੇ ਵਿੱਚ ਜਾ ਕਰਕੇ ਸਤਿਗੁਰੂ ਜੀ ਨੇ ਬੇਅੰਤ ਜੀਵਾਂ ਦਾ ਉਧਾਰ ਕੀਤਾ ਸੀ। ਜਿੱਥੇ ਵੀ ਦਸ਼ਮੇਸ਼ ਪਿਤਾ ਨੇ ਆਪਣੇ ਡੇਰੇ ਲਗਾਉਣੇ, ਆਲੇ ਦੁਆਲੇ ਦੂਰ ਦੂਰ ਇਲਾਕੇ 'ਚ ਇਹ ਖਬਰਾਂ ਜਦੋਂ ਪਹੁੰਚ ਜਾਂਦੀਆਂ, ਗੁਰ ਸਿੱਖ ਆਪੋ ਆਪਣੇ ਘਰਾਂ 'ਚੋਂ ਅਨੇਕ ਪ੍ਰਕਾਰ ਦੀਆਂ ਪਹਿਰਾਵਾ ਲੈ ਕੇ ਦੀਨ ਦੁਨੀਆ ਦੇ ਮਾਲਕ ਰੂਹਾਨੀ ਦਰਬਾਰ ਦੇ ਵਿੱਚ ਹਾਜ਼ਰ ਹੋਇਆ ਕਰਦੇ ਸੀ। ਜਿਨ੍ਹਾਂ ਦੇ ਉੱਪਰ ਵੀ ਸਤਿਗੁਰੂ ਜੀ ਦੀ ਪੈ ਗਈ ਦ੍ਰਿਸ਼ਟੀ, ਉਹਨਾਂ ਨੂੰ ਤਾਂ ਫਿਰ ਮਹਾਰਾਜ ਥੋੜ੍ਹੀ ਜੀ ਸੇਵਾ 'ਤੇ ਪ੍ਰਸੰਨ ਹੋ ਕੇ ਦੋਵੇਂ ਲੋਕਾਂ ਦੇ ਜਿਹੜੇ ਸੁੱਖ ਬਖਸ਼ ਦਿੰਦੇ ਸੀ। ਜਦੋਂ ਸਤਿਗੁਰੂ ਜੀ ਚਲਦਿਆਂ ਨੌਥੇ ਪਿੰਡ ਦੇ ਵਿੱਚ ਪਹੁੰਚੇ,
ਇਸ ਦੇ ਆਲੇ ਦੁਆਲੇ 9 ਜਿਹੜੇ ਬਹੁਤ ਵੱਡੇ ਵੱਡੇ ਥੇ ਪਏ ਸੀ, ਉਹਨਾਂ ਤੋਂ ਇਸ ਪਿੰਡ ਦਾ ਨਾਮ ਹੀ ਚਾਰੇ ਪਾਸੇ 9 ਥਿਆ ਪੱਕ ਚੁੱਕਿਆ ਸੀ। ਜਿਹੜੇ ਸੀ ਇਸ ਇਲਾਕੇ ਦੇ ਸਰਦਾਰ ਚੌਧਰੀ ਹਰੀ ਕੇ ਗੋਦ ਦੇ ਬਣੇ ਹੋਏ, ਉਹਨਾਂ ਨੇ ਮਹਾਰਾਜ ਦੇ ਚਰਨਾਂ ਦੇ ਵਿੱਚ ਲਿਆ ਕਰਕੇ ਜਦੋਂ ਭੇਟਾਵਾਂ ਅਰਪਣ ਕੀਤੀਆਂ, ਇਸ ਥਾਂ 'ਤੇ ਸਤਿਗੁਰੂ ਜੀ ਨੇ ਆਪਣਾ ਰਾਤ ਕੱਟਣ ਵਾਸਤੇ ਡੇਰਾ ਵੀ ਲਗਾਇਆ। ਆਪਣੀ ਮੌਤ ਦੇ ਵਿੱਚ ਆ ਕੇ ਦਸ਼ਮੇਸ਼ ਪਿਤਾ ਕਹਿਣ ਲੱਗੇ, ਭਾਈ ਤੁਸੀਂ ਰਾਤ ਦੇ ਟਾਈਮ 'ਤੇ ਆ ਸਾਡੇ ਡੇਰੇ ਦੇ ਆਲੇ ਦੁਆਲੇ ਪਹਿਰਾ ਲਗਾਉਣਾ ਹੈ। ਸਤਿਗੁਰੂ ਜੀ ਨੇ ਸਰਬਾਗੰਤਰ ਜਾਮੀ ਇਸ ਸੇਵਾ ਦੇ ਬਹਾਨੇ ਕੋਈ ਨਾ ਕੋਈ ਇਹਨਾਂ ਨੂੰ ਬਹੁਤ ਵੱਡੀ ਦਾਤ ਸਤਿਗੁਰੂ ਜੀ ਬਖਸ਼ਣਾ ਚਾਹੁੰਦੇ ਸੀ। ਉਹ ਕਹਿਣ ਲੱਗਾ, ਸੱਚੇ ਪਾਤਸ਼ਾਹ ਵੀ ਅਸੀਂ ਇਲਾਕੇ ਦੇ ਚੌਧਰੀ ਸਰਦਾਰ, ਇੱਥੇ ਤਾਂ ਆ ਕਰਕੇ ਕੋਈ ਚਿੜੀ ਵੀ ਫੜਕ ਨਹੀਂ ਸਕਦੀ, ਆਪ ਬੇਫਿਕਰ ਹੋ ਕੇ ਰਾਤ ਕੱਟ ਸਕਦੇ ਹੋ, ਨਾ ਕੋਈ ਆਪ ਦੀ ਚੀਜ਼ ਵਸਤੂ ਨੂੰ ਚੋਰੀ ਕਰ ਸਕਦਾ ਹੈ। ਪਰ ਮਹਾਰਾਜ ਕਹਿਣ ਲੱਗੇ, ਭਾਈ ਫਿਰ ਵੀ ਤੁਸੀਂ ਰਾਤ ਦੇ ਟਾਈਮ 'ਤੇ ਪਹਿਰੇ ਦੀ ਸੇਵੀ ਦੀ ਸੇਵਾ ਕਰਨੀ ਹੈ। ਉਹਨਾਂ ਨੇ ਆਪਣੇ ਜਿਹੜੇ ਨੌਕਰ ਰੱਖੇ ਹੋਏ ਸੀ ਡੋਗਰ, ਉਹਨਾਂ ਨੂੰ ਹੁਕਮ ਕਰਤਾ ਵੀ ਤੁਸੀਂ ਰਾਤ ਦੇ ਟਾਈਮ 'ਤੇ ਦਸ਼ਮੇਸ਼ ਪਿਤਾ ਦੇ ਡੇਰੇ ਦੇ ਆਲੇ ਦੁਆਲੇ ਪਹਿਰਾ ਲਗਾਉਣਾ ਹੈ। ਜਦੋਂ ਰਾਤ ਦੇ ਟਾਈਮ 'ਤੇ ਸਤਿਗੁਰੂ ਜੀ ਨੇ ਕਈ ਵਾਰੀ ਪੁੱਛਿਆ ਵੀ ਹਰੀ ਕਾ ਕੋਈ ਹਾਜ਼ਰ ਹੋਇਆ ਜਾਂ ਨਹੀਂ। ਉਸ ਸਮੇਂ ਜਿਹੜੇ ਸੀ ਇਹਨਾਂ ਦੇ ਨੌਕਰ ਡੋਗਰ, ਉਹਨਾਂ ਨੇ ਹੀ ਜਥਾ ਜੋਗ ਆਪਣੇ ਵੱਲੋਂ ਉੱਤਰ ਦੇ ਦਿੱਤਾ ਸੀ। ਜਦੋਂ ਤੀਸਰੀ ਵਾਰੀ ਪਰ ਨੇ ਪੁੱਛਿਆ ਵੀ ਹਰੀ ਕਾ ਕੋਈ ਪਹੁੰਚਿਆ ਜਾਂ ਨਹੀਂ, ਡੋਗਰ ਕਹਿਣ ਲੱਗੇ, ਗਰੀਬ ਨਵਾਜ਼ ਸੱਚੇ ਪਾਤਸ਼ਾਹ, ਅਸੀਂ ਉਹਨਾਂ ਦੇ ਨੌਕਰ ਪਹਿਰੇ 'ਤੇ ਹਾਜ਼ਰ ਖੜੇ ਹਾਂ। ਜੋ ਵੀ ਆਪ ਦਾ ਹੁਕਮ ਹੋਏਗਾ, ਜੋ ਸੇਵਾ ਕਹੋਗੇ, ਉਹ ਅਸੀਂ ਕਰਨ ਵਾਸਤੇ ਤਿਆਰ ਖੜੇ ਹਾਂ। ਇਹ ਸੁਣ ਕਰਕੇ ਸਤਿਗੁਰੂ ਜੀ ਕਹਿਣ ਲੱਗੇ, ਚੰਗਾ, ਆ ਜੋ ਸਤਲੁਜ ਬਹੁਤ ਵੱਡਾ ਦਰਿਆ ਹੈ, ਇਸ ਦੇ ਨੇੜੇ ਨੇੜੇ ਦੌਰ ਤੱਕ ਤੁਹਾਡੀ ਸਰਦਾਰੀ ਹੋ ਜਾਣੀ ਹੈ। ਔਰ ਜਿਹੜੇ ਸੀ ਹੈ ਹਰੀ ਕੇ ਗੋਤ ਦੇ ਚੌਧਰੀ ਸਰਦਾਰ, ਉਹ ਇਸ ਦਾਤ ਤੋਂ ਖਾਲੀ ਰਹਿ ਗਏ ਸਨ। ਇਤਿਆਦਿਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚਾਰਨ ਕਰਦੇ ਨੇ। ਆਪਣੇ ਮਨਾਂ ਨੂੰ ਇਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਬਸਦੇ ਰਹਿਓ ਤੀਰ ਇਸ ਨਈ। ਉਸ ਸਮੇਂ ਮਹਾਰਾਜ ਨੇ ਬਚਨ ਕੀਤਾ ਵੀ ਆ ਤੁਹਾਡੀ ਜਿਹੜੀ ਸਰਦਾਰੀ ਆ ਦਰਿਆ ਦੇ ਕਿਨਾਰਿਆਂ ਤੱਕ ਦੂਰ ਤੱਕ ਹੋ ਜਾਣੀ ਹੈ। ਨਹੀਂ ਚੌਧਰਤਾ ਤੁਮਕੋ ਦਈ। ਹੁਣ ਤੁਹਾਨੂੰ ਅਸੀਂ ਨੇ ਆਪਣੇ ਵੱਲੋਂ ਸੇਵਾ ਦੇ ਬਦਲੇ ਇਹ ਨਵੀਂ ਜਿਹੜੀ ਚੌਧਰਤਾ ਇਸ ਇਲਾਕੇ ਦੀ ਬਖਸ਼ ਦਿੱਤੀ ਹੈ। ਨੈ ਕੇ ਤੀਰ ਤੀਰ ਜੋ ਦੇਸ਼। ਜੋ ਵੀ ਆ ਸਤਲੁਜ ਦਰਿਆ ਦੇ ਨੇੜੇ ਨੇੜੇ ਪਿੰਡ ਜਾਂ ਨਗਰ ਵਸਣ ਵਾਲੇ ਹਨ, ਹੋਏ ਤੁਹਾਰੋ ਦੇਸ਼ ਅਸ਼ੇਸ਼। ਸਤਿਗੁਰੂ ਜੀ ਕਹਿ ਲੱਗੇ ਵੀ ਇਹ ਦੇਸ਼, ਇਹ ਜਿਹੜਾ ਇਲਾਕਾ ਹੁਣ ਤੋਂ ਬਾਅਦ ਤੁਹਾਡੇ ਅਧੀਨ ਹੋ ਜਾਏਗਾ। ਸੁਨ ਕਿਰਪਾਲ ਤੇ ਬਖਸ਼ਿਸ਼ ਬਾਣੀ। ਜਦੋਂ ਇਹੋ ਜਿਹੇ ਪ੍ਰਵਚਨ ਦਸ਼ਮੇਸ਼ ਪਿਤਾ ਦੇ
ਇਹਨਾਂ ਡੋਗਰਿਆਂ ਨੇ ਆਪਣੇ ਕੰਨਾਂ ਦੇ ਨਾਲ ਸੁਣੇ ਸੀ। ਨਿਕਟ ਆਏ ਸਭ ਬੰਧਨ ਠਾਨੀ। ਸਾਰਿਆਂ ਨੇ ਨੇੜੇ ਹੋ ਕਰਕੇ ਦਸ਼ਮੇਸ਼ ਪਿਤਾ ਦੇ ਚਰਨਾਂ ਤੇ ਬਾਰ-ਬਾਰ ਮੱਥਾ ਟੇਕਿਆ, ਨਮਸਕਾਰ ਕੀਤੀ। ਮਹਾਰਾਜ ਵੀ ਆਪ ਤੋਂ ਬਗੈਰ ਸਾਡੇ ਵਰਗੇ ਗਰੀਬਾਂ ਕੰਗਾਲਾਂ ਨੂੰ ਕਿਹੜਾ ਨਿਵਾਜਣ ਵਾਲਾ ਐਸੀ ਲਾਲ ਤੁਝ ਬਿਨ ਕੌਣ ਕਰੈ। ਗਰੀਬ ਨਵਾਜ ਗਸਈਆਂ ਮੇਰਾ ਮਾਥਾ ਛਤਰ ਧਰੈ। ਭਗਤ ਰਵਿਦਾਸ ਜੀ ਨੇ ਵੀ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਇਹ ਭਜਨ ਕੀਤੇ ਵੀ ਜਿਹੜੇ ਮੇਰੇ ਵਰਗੇ ਨੇਕ ਕੰਗਾਲ ਦਲਿਦਰੀ ਉਹ ਸਮਾਜ ਦੇ ਵਿੱਚ ਥਾਂ ਥਾਂ ਤੇ ਧੱਕੇ ਖਾਂਦੇ ਫਿਰਦੇ ਸੀ। ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤੋ ਚੌਂਕਟ ਮਾਨੈ। ਗਰੀਬ ਨਵਾਜ ਗਸਈਆਂ ਮੇਰਾ ਮੱਥ ਛਤਰ ਧਰੈ। ਡੋਗਰੇ ਉਸ ਸਮੇਂ ਹੈਰਾਨ ਹੋ ਗਏ, ਸੱਚੇ ਪਾਤਸ਼ਾਹ ਵੀ ਆਪ ਤੋਂ ਬਗੈਰ ਦਾ ਹੁਣ ਸਾਡੇ ਵਰਗੇ ਗਰੀਬਾਂ ਕੰਗਾਲਾਂ ਨੂੰ ਕਿਹਨੇ ਇਹੋ ਜਿਹੀਆਂ ਸਰਦਾਰੀਆਂ ਬਖਸ਼ਣੀਆਂ ਹਨ। ਰਾਵਰ ਕੇ ਬਚ ਸਦਾ ਸਥਿਰ ਹੈ। ਆਪ ਜੀ ਦਾ ਕੀਤੇ ਹੋਏ ਵਚਨ ਇਹ ਤਾਂ ਤਿੰਨਾਂ ਕਾਲਾਂ 'ਚ ਸਦਾ ਵਾਸਤੇ ਟਲ ਹੋਇਆ ਕਰਦੇ ਨੇ। ਦੇਖ ਦੀਨ ਕੋ ਬਖਸ਼ਨ ਕਰ ਹੈ। ਜਦੋਂ ਮਹਾਰਾਜ ਨੇ ਦੇਖਿਆ ਵੀ ਇਹਨਾਂ ਦੇ ਮਨ ਦੇ ਅੰਦਰ ਬੜੀ ਨਿਮਰਤਾ, ਬੜੀ ਗਰੀਬੀ ਭਰੀ ਹੋਈ ਹੈ, ਤਬ ਤੇ ਦਿਨ ਪ੍ਰਤ ਡੋਗਰ ਦੇਸ਼। ਜਦੋਂ ਦੇ ਦੀਨ ਦੁਨੀਆ ਦੇ ਮਾਲਕ ਨੇ ਕੀਤੇ ਨੇ ਆਪਣੇ ਬਚਨ ਰਸਨਾ ਤੋਂ, ਉਸ ਦਿਨ ਤੋਂ ਹੀ ਇਹਨਾਂ ਦੀ ਫਿਰ ਇਲਾਕੇ 'ਚ ਚਾਰੇ ਪਾਸੇ ਬੜੀ ਤਰੱਕੀ ਹੋਣ ਲੱਗ ਪਈ ਸੀ। ਸਨੇ ਸਨੇ ਹੋਏ ਗਇਓ ਅਸ਼ੇਸ਼। ਸਹਜੇ ਸਹਜੇ ਦੌਰ ਤੱਕ ਇਹ ਇਲਾਕੇ 'ਚ ਬੜੇ ਚੌਧਰੀ ਸਰਦਾਰ ਮਸ਼ਹੂਰ ਹੋ ਗਏ ਸਨ। ਮੂਡ ਹਰੀ ਕੇ ਸਕਹਿ ਨ ਲੇ। ਪਰ ਜਿਹੜੇ ਹਰੀ ਗੋ ਦੇ ਜ਼ਿਮੀਂਦਾਰ ਕਿਸਾਨ ਉਸੇ ਤਰ੍ਹਾਂ ਮਹਾਰਾਜ ਦੀਆਂ ਬਖਸ਼ਿਸ਼ਾਂ ਤੋਂ ਖਾਲੀ ਰਹਿ ਗਏ ਸਨ। ਗੁਰ ਹਿਤ ਗੁਰ ਚਿਤ ਚਹਿਤ ਰਹੇ ਕੁਛ ਦੇ। ਭਾਵੇਂ ਸਤਿਗੁਰੂ ਜੀ ਤਾਂ ਚਾਹੁੰਦੇ ਸੀ ਵੀ ਕੋਈ ਨਾ ਕੋਈ ਦਾਤ ਇਹਨਾਂ ਨੂੰ ਵੀ ਮਿਲ ਜਾਏ, ਪਰ ਹੁਣ ਰਾਤ ਦੇ ਟਾਈਮ ਤੇ ਕੋਈ ਵੀ ਪਰਿਵਾਰ ਦਾ ਜਿਹੜਾ ਮੈਂਬਰ ਜਿਹੜੇ ਸੀ ਹਰੀ ਕੇ ਗੋ ਦੇ ਵੱਡੇ ਵੱਡੇ ਜ਼ਿਮੀਂਦਾਰ ਚੌਧਰੀ ਆ ਕਰਕੇ ਪਹਿਰੇ ਦੇ ਉੱਪਰ ਹਾਜ਼ਰ ਨਹੀਂ ਹੋਇਆ ਸੀ। ਸੌਚ ਇਸ਼ਨਾਨ ਠਾਨ ਕਰ ਫੇਰ। ਜਦੋਂ ਸਤਿਗੁਰੂ ਜੀ ਨੇ ਬ੍ਰਹਮਪੁਰ ਦੇ ਟਾਈਮ ਤੇ ਜਾ ਕਰਕੇ ਇਸ਼ਨਾਨ ਵਗੈਰਾ ਕਰ ਲਿਆ, ਚੜ ਪ੍ਰਭ ਚਾਲੇ ਹੋਤ ਸਵੇਰ। ਅਗਲੀ ਸਵੇਰ ਨੂੰ ਸਤਿਗੁਰੂ ਜੀ ਨੇ ਆਪਣੇ ਜਿਹੜੇ ਡੇਰੇ ਅੱਗੇ ਨੂੰ ਕੂਚ ਕਰ ਦਿੱਤੇ ਸੀ। ਕੇਤਕ ਕੋਸ ਉਲੰਘ ਕਰ ਗਏ। ਜਦੋਂ ਕਈ ਕੋਹਾਂ ਮਹਾਰਾਜ ਨੇ ਆਪਣਾ ਪੈਂਡਾ ਤੈਅ ਕਰ ਲਿਆ ਸੀ। ਵਿੱਚ ਉਦਿਆਨ ਉੱਤਰ ਤੇ ਭਏ। ਸਤਿਗੁਰੂ ਜੀ ਨੇ ਜਾਂਦਿਆਂ ਜਾਂਦਿਆਂ ਰੋਈਆਂ ਬਿਆਬਾਨਾਂ ਜੰਗਲਾਂ 'ਚ ਆਪਣੇ ਡੇਰੇ ਲਗਾ ਦਿੱਤੇ ਸੀ। ਬਦਰੀ ਵੱਡੋ ਤਰੋਵਰ ਖਰਿਓ। ਬਹੁਤ ਵੱਡੇ ਵੱਡੇ ਜਿਹੜੇ ਬੇਰੀਆਂ ਦੇ ਦਰਖਤ ਇੱਕ ਤਲਾਬ ਦੇ ਕਿਨਾਰੇ ਤੇ ਖੜੇ ਸਨ। ਤਿਸਕੇ ਤਰੇ ਸਿਵਰ ਗੁਰ ਕਰਿਓ। ਸਤਿਗੁਰੂ ਜੀ ਨੇ ਜੋ ਦੇ ਸੂਰਮਿਆਂ ਨੂੰ ਉਹਨਾਂ ਵੱਡੀਆਂ ਵੱਡੀਆਂ ਬੇਰੀਆਂ ਦੇ ਥੱਲੇ ਹੀ ਡੇਰਾ ਕਰਨ ਦੇ ਲਈ ਆਗਿਆ ਕਰ ਦਿੱਤੀ ਹੈ। ਏਕ ਰਾਤ ਤਹਿ ਬਸੇ ਬਿਤਾਈ। ਇੱਕ ਰਾਤ ਸਤਿਗੁਰੂ ਜੀ ਨੇ ਇੱਥੇ ਰਹਿ ਕਰਕੇ ਬਤੀਤ ਕੀਤੀ ਸੀ। ਪ੍ਰਭ ਪੁੰਨ ਚੜੇ ਪ੍ਰਾਤ ਹੋਏ ਆਈ। ਜਦੋਂ ਥੋੜਾ ਜਿਹਾ ਹੋ ਗਿਆ ਪਉ ਫਟਾਲਾ, ਫਿਰ ਮਹਾਰਾਜ ਅੱਗੇ ਨੂੰ ਚੱਲ ਪਏ ਸਨ। ਕੇਤਕ ਕੋਸ ਕੀਨ ਪ੍ਰਸਥਾਨਾ। ਜਦੋਂ ਚਲਦਿਆਂ ਕਈ ਕੋ ਜਿਹੜਾ ਸਫ਼ਰ ਮਹਾਰਾਜ ਨੇ ਤੈਅ ਕਰ ਲਿਆ ਸੀ। ਜਾਏ ਪਹੁੰਚੇ ਤਬ ਇੱਕ ਥਾਨਾ। ਚਲਦਿਆਂ ਇੱਕ ਇਹੋ ਜੀ ਜਗ੍ਹਾ ਤੇ ਸਤਿਗੁਰੂ ਜੀ ਪਹੁੰਚ ਗਏ ਸਨ। ਗ੍ਰਾਮ ਵਜੀਦਪੁਰੇ ਤਿਸ ਕਾਲਾ। ਇਹ ਜਿਹੜਾ ਵਜੀਦਪੁਰ ਨਾਮ ਦਾ ਪਿੰਡ ਫਰੀਦ ਕੋ
ਕੋਟ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ। ਸੈਨ ਸਮੇਤ ਸਿਵਰ ਕੋ ਘਾਲਾ। ਵਜੀਦਪੁਰ ਦੇ ਵਿੱਚ ਮਹਾਰਾਜ ਨੇ ਆਪਣੇ ਯੋਧੇ ਸੂਰਮਿਆਂ ਦੇ ਸਮੇਤ ਖੁੱਲੀ ਜਗ੍ਹਾ ਤੇ ਜਾ ਕਰਕੇ ਡੇਰੇ ਲਗਾ ਦਿੱਤੇ ਸਨ। ਉਤਰੇ ਬੰਦ ਤੁਰੰਗਮ ਦਏ। 12 ਸਿੱਖਾਂ ਨੇ ਕਿੱਲੇ ਗੱਡ ਕੇ ਆਪੋ ਆਪਣੇ ਘੋੜੇ ਬੰਨ ਦਿੱਤੇ ਸਨ। ਸਿੰਘ ਗੁਰੂ ਢਿਗ ਆਵਤ ਭਏ। ਉਸ ਸਮੇਂ ਸਾਰੇ ਹੀ ਯੋਧੇ ਸੂਰਮੇ ਇਕੱਠੇ ਹੋ ਕੇ ਮਹਾਰਾਜ ਦੇ ਪਾਸ ਹਾਜ਼ਰ ਹੋ ਗਏ ਸੀ। ਪਾਤਸ਼ਾਹ ਇਤ ਆਵਨ ਕਰੇ। ਪਾਤਸ਼ਾਹ ਇਤ ਆਵਨ ਕਰੇ। ਉਸ ਸਮੇਂ ਜਿਹੜੇ ਸੀ ਪਿੰਡ ਵਾਲੇ ਲੋਕ ਆ ਕਰਕੇ ਕਹਿਣ ਲੱਗਾ ਸੱਚੇ ਪਾਤਸ਼ਾਹ ਵੀ ਮਸਾ ਮਸਾ ਆਪ ਨੇ ਔਰ ਸਾਡੇ ਨਗਰ ਦੇ ਵਿੱਚ ਚਰਨ ਪਾਏ ਹਨ। ਪਹੁੰਚੇ ਇਹਾ ਕਸੂਰ ਹੈ ਤਰੇ। ਆਪ ਨੇ ਯੋਧੇ ਸੂਰਮਿਆਂ ਦੇ ਸਮੇਤ ਡੇਰੇ ਲਗਾ ਦਿੱਤੇ ਹਨ। ਵਜਹ ਨੌਬਤਾਂ ਇਸ ਪੁਰਬਾਈ। ਪਰ ਸਾਡੇ ਨੇੜੇ ਹੀ ਜਿਹੜੀਆਂ 22 ਨੌਬਤਾਂ ਵੱਡੇ ਵੱਡੇ ਸਰਦਾਰਾਂ ਦੀਆਂ ਵੱਜਦੀਆਂ ਰਹਿੰਦੀਆਂ ਹਨ। ਬਸੈ ਪਠਾਨ ਚਮੂ ਸਮੁਦਾਈ। ਜਿੱਥੇ ਹੁਣ ਪਠਾਨ ਮੁਗਲ ਬਹੁਤ ਸਾਰੀਆਂ ਫੌਜਾਂ ਦੇ ਸਮੇਤ ਆ ਸਾਡੇ ਨੇੜੇ ਹੀ ਬਸਦੇ ਹਨ। ਸ਼੍ਰੀ ਮੁਖ ਤੇ ਫੁਰਮਾਵਨ ਕਰਿਓ। ਇਹ ਸੁਣ ਕਰਕੇ ਸਰਬੱਗ ਅੰਤਰਜਾਮੀ ਸਤਿਗੁਰਾਂ ਨੇ ਬਚਨ ਕੀਤਾ ਸੀ। ਤੁਰਕਨ ਤੇਜ ਭਵਿਖਤ ਹਰਿਓ। ਭਾਈ ਗੁਰਮੁਖ ਆਉਣ ਵਾਲੇ ਸਮੇਂ 'ਚ ਇਹਨਾਂ ਤੁਰਕਾਂ ਮੁਗਲਾਂ ਪਠਾਣਾਂ ਦਾ ਇਹ ਤੇਜ ਪ੍ਰਤਾਪ ਦਾ ਹੋਣਾ ਨਸ਼ਟ ਹੀ ਹੋ ਜਾਣਾ ਹੈ। ਕਾਨੇ ਕਾਛੇ ਗ੍ਰਾਮ ਵਡੇਰੇ। ਜੋ ਕਾਨੇ ਕਾਸ਼ੇ ਦੇ ਬਹੁਤ ਵੱਡੇ ਵੱਡੇ ਪਿੰਡ ਹਨ। ਤਹ ਉਪਜੈ ਹੈਂਗੇ ਸਿੰਘ ਕਨੇਰੇ। ਇਹਨਾਂ ਪਿੰਡਾਂ ਨਗਰਾਂ ਦੇ ਵਿੱਚ ਨਾ ਸਾਡੇ ਬੜੇ ਯੋਧੇ ਸੂਰਮੇ ਬਹਾਦਰ ਖਾਲਸੇ ਪੈਦਾ ਹੋਣੇ ਹਨ। ਬਹੁਤ ਨੌਬਤਾਂ ਵੱਜੈ ਹਮਾਰੀ। ਉਸ ਵਕਤ ਜਿੱਥੇ ਤੁਸੀਂ ਕਹਿੰਦੇ ਹੋ ਵੀ ਹੁਣ ਤਾਂ ਇਹਨਾਂ ਪਠਾਣਾਂ ਦੀਆਂ ਵੱਡੀਆਂ ਵੱਡੀਆਂ 22 ਨੌਬਤਾਂ ਸਾਡੇ ਨੇੜੇ ਹੀ ਵੱਜਦੀਆਂ ਹਨ। ਪਰ ਜਦੋਂ ਥੋੜ੍ਹਾ ਜਿਹਾ ਸਮਾਂ ਬਤੀਤ ਹੋ ਗਿਆ ਉਸ ਸਮੇਂ ਇਸ ਇਲਾਕੇ 'ਚ ਸਾਡੇ ਯੋਧੇ ਸੂਰਮਿਆਂ ਨੇ ਆ ਕਰਕੇ ਨਾ ਵੱਡੀਆਂ ਵੱਡੀਆਂ ਆਪਣੀਆਂ ਨੌਬਤਾਂ ਵਜਾਉਣੀਆਂ ਹਨ। ਕੇਤਕ ਦਿਨ ਮਹਿ ਤਿਨਹੁ ਮਝਾਰੀ। ਉਹ ਜਗ ਦਿਨਾਂ ਦੇ ਅੰਦਰ ਇਹਨਾਂ ਦਾ ਤਾਂ ਰਾਜ ਭਾਗੀ ਹਿੰਦੁਸਤਾਨ ਦੇ ਵਿੱਚੋਂ ਨਸ਼ਟ ਹੋ ਜਾਣਾ। ਇਮ ਬਤਰਾਵਤ ਤਿਸ ਥਲ ਖਰੇ। ਕਿਉਂ ਜਿਹੜੇ ਵਜੀਦਪੁਰ ਦੇ ਪਿੰਡ ਦੇ ਲੋਕ ਉਹ ਆ ਕੇ ਮਹਾਰਾਜ ਦੇ ਪਾਸ ਬੜੀਆਂ ਇਹੋ ਜਿਹੀਆਂ ਗੱਲਾਂ ਬਾਤਾਂ ਕਰਨ ਲੱਗ ਪਏ ਸੀ। ਤੀਤਰ ਇੱਕ ਆਵਾਜ਼ ਤਬ ਕਰੇ। ਉਹ ਅਚਾਨਕ ਹੀ ਇੱਕ ਤਿੱਤਰ ਮਹਾਰਾਜ ਦੇ ਨੇੜੇ ਹੋ ਕਰਕੇ ਉਸ ਸਮੇਂ ਬੜੀ ਉੱਚੀ ਆਵਾਜ਼ ਦੇ ਨਾਲ ਬੋਲਣ ਲੱਗ ਪਿਆ। ਸੁਨ ਕਿਰਪਾਲ ਭਾਖਿਓ ਤੇ ਸਮੈ। ਸੁਣ ਕਰਕੇ ਤਿੱਤਰ ਦੀ ਆਵਾਜ਼ ਦਿਆਲੂ ਕਰ ਬਾਲੂ ਮਹਾਰਾਜ ਉਸ ਸਮੇਂ ਆਪਣੇ ਗੁਰਸਿੱਖਾਂ ਨੂੰ ਕਹਿਣ ਲੱਗੇ ਸੀ ਜਾ ਬੋਲਿਓ ਤਾਂ ਲੱਦਾ ਹਮੈ। ਵੀ ਆ ਜਿਹੜਾ ਤਿੱਤਰ ਬੋਲਦਾ ਨਾ ਆਪਣੇ ਨੇੜੇ ਇਹਨੂੰ ਤੁਸੀਂ ਪਕੜ ਕਰਕੇ ਸਾਡੇ ਪਾਸ ਲਿਆਉਣਾ ਹੈ। ਹੈ ਪਰ ਤਬ ਆਰੋਹਨ ਹੋਏ। ਸਤਿਗੁਰੂ ਜੀ ਦਾ ਹੁਕਮ ਸੁਣਨ ਅਨੁਸਾਰ ਖਾਲਸੇ ਯੋਧੇ ਆਪੋ ਆਪਣੇ ਘੋੜਿਆਂ ਤੇ ਸਵਾਰ ਹੋ ਗਏ ਸੀ। ਕੀਨ ਪਿਆਨੋ ਸ਼ੀਗਰ ਸੋ ਜੋਏ। ਜਿੱਥੇ ਤਿੱਤਰ ਦੀ ਸੁਣੀ ਆਵਾਜ਼ ਉਹਦੇ ਪਿੱਛੇ ਆਪਣੇ ਘੋੜੇ ਲਗਾ ਦਿੱਤੇ ਹਨ। ਛੋੜਿਓ ਤਿਸਕੇ ਬਾਜ ਪਿਛਾਰੇ। ਸਤਿਗੁਰੂ ਜੀ ਨੇ ਆਪਣਾ ਜਿਹੜਾ ਬਾਜ ਉਹ ਵੀ ਇਹਦੇ ਪਿੱਛੇ ਹੀ ਛੱਡ ਦਿੱਤਾ ਸੀ। ਕਰੀ ਨਾ ਝਪਟ ਨਾ ਤਿਸਕੋ ਮਾਰੇ। ਪਰ ਇਸ ਬਾਜ ਨੇ ਨਾ ਤਾਂ ਇਹਨੂੰ ਪਕੜਿਆ ਨਾ ਕੋਈ ਇਹਦੇ ਉੱਪਰ ਝਪਟ ਵੀ ਨੇੜੇ ਜਾ ਕਰਕੇ ਨਹੀਂ ਮਾਰੀ ਸੀ। ਪੁੰਨ ਕਹਿ ਕਰ ਕੂਕਰ ਛੁਟਵਾਏ। ਫੇਰ ਮਹਾਰਾਜ ਨੇ ਆਪਣੀ ਮੌਤ ਦੇ ਵਿੱਚ ਆ ਕੇ ਜਿਹੜਾ ਕੂਕਰ ਇਸ ਤਿੱਤਰ ਦੇ ਪਿੱਛੇ ਫੜਨ ਦੇ ਲਈ ਲਗਾ ਦਿੱਤੇ ਸਨ। ਪਿਖ ਤੀਤਰ ਕੋ ਪਿੱਛੇ ਧਾਏ। ਹੁਣ ਬੜੀ ਤੇਜ਼ੀ ਦੇ ਨਾਲ ਯੋਧੇ ਸੂਰਮੇ ਤਿੱਤਰ ਨੂੰ ਪਕੜਨ ਦੇ ਲਈ
ਪਿੱਛੇ ਪਿੱਛੇ ਦੌੜੇ ਜਾ ਰਹੇ ਹਨ। ਚਾਰਨ ਵਿਖੇ ਜਾਏ ਕਰ ਬਰਿਓ। ਕੌਣ ਵਿਚਾਰਾ ਡਰਦਾ ਮਾਰਾ ਤਿੱਤਰ ਕਦੇ ਕਿਸੇ ਝਾੜ ਦੇ ਵਿੱਚ ਜਾ ਕਰਕੇ ਲੁਕ ਜਾਂਦਾ ਹੈ। ਜਦੋਂ ਉੱਥੋਂ ਲੱਭਦੇ ਹਨ ਉਡਾਰੀ ਮਾਰੀ ਅੱਗੇ ਹੋਰ ਝਾੜਾਂ ਦੇ ਵਿੱਚ ਵੜ ਜਾਂਦਾ ਸੀ। ਬਾਹਰ ਨਿਕਾਰਿਓ ਉੱਡਬੋ ਕਰਿਓ। ਜਦੋਂ ਜੋਧੇ ਸੂਰਮਿਆਂ ਨੇ ਲੱਭ ਲੱਭ ਕਰਕੇ ਇਹਨੂੰ ਉਸ ਝਾੜ ਦੇ ਵਿੱਚੋਂ ਬਾਹਰ ਕੱਢਿਆ ਸੀ। ਪਿੱਛੇ ਕੇਤਕ ਸਿੰਘ ਨੇ ਸਾਥ। ਔਰ ਡਾਰੀ ਮਾਰ ਕਰਕੇ ਅਗਲੇ ਝਾੜ ਦੇ ਵਿੱਚ ਜਾ ਕਰਕੇ ਛੁਪ ਗਿਆ ਹੈ। ਚੱਲੇ ਜਾਹੇ ਤੂਰਨ ਜਗਨਾਥ। ਜਗਤ ਦੇ ਮਾਲਕ ਸਤਿਗੁਰੂ ਜੀ ਵੀ ਬੜੀ ਤੇਜ਼ੀ ਦੇ ਨਾਲ ਇਹਦੇ ਪਿੱਛੇ ਪਿੱਛੇ ਹੀ ਜਾ ਰਹੇ ਸੀ। ਕਰਤ ਬੇਗ ਤੇ ਜਾਏ ਉਡਾਰੀ। ਜਿਵੇਂ ਜਿਵੇਂ ਗੌਰ ਸਿੱਖ ਨੂੰ ਪਕੜਨ ਦੀ ਕੋਸ਼ਿਸ਼ ਕਰਦੇ ਨੇ ਇਹ ਵਿਚਾਰਾ ਡਰਦਾ ਹੋਇਆ ਇੱਕ ਝਾੜ ਚੋਂ ਉਡਾਰੀ ਮਾਰ ਕੇ ਅਗਲੇ ਝਾੜ ਦੇ ਵਿੱਚ ਜਾ ਕਰਕੇ ਲੁਕ ਜਾਂਦਾ ਸੀ। ਥਕਤ ਛਪਹਿ ਪਿਖ ਝਾਰਨ ਝਾਰੀ। ਕੌਣ ਵਿਚਾਰਾ ਭਾਵੇਂ ਉਹ ਡਾਰੀਆਂ ਮਾਰ ਮਾਰ ਕੇ ਥੱਕ ਵੀ ਗਿਆ ਪਰ ਫਿਰ ਵੀ ਡਰਦਾ ਹੋਇਆ ਬੜੇ ਸੰਘਣੇ ਝਾੜਾਂ ਦੇ ਵਿੱਚ ਜਾ ਕਰਕੇ ਬੈਠ ਜਾਂਦਾ ਹੈ। ਬਹੁਤ ਬਿਲੋਕਹਿ ਖੋਜਨ ਕਰੈ। ਭਾਵੇਂ ਜੋਧੇ ਸੂਰ ਮੇ ਬੜੇ ਸੰਘਣੇ ਸੰਘਣੇ ਝਾੜਾਂ 'ਚੋਂ ਜਾ ਕਰਕੇ ਫਿਰ ਇਹਨੂੰ ਉੱਥੋਂ ਲੱਭ ਲੈਂਦੇ ਸਨ। ਨਿਕਸਤ ਹੀ ਉੱਡ ਕਰ ਚੱਲ ਪਰੈ। ਪਰ ਜਦੋਂ ਹੀ ਝਾੜ ਦੇ ਵਿੱਚ ਆਉਂਦਾ ਬਾਹਰ ਉਡਾਰੀ ਮਾਰੀ ਅਗਲੇ ਬਹੁਤ ਵੱਡੇ ਝਾੜ ਦੇ ਵਿੱਚ ਵੜ ਕਰਕੇ ਬਹਿ ਜਾਂਦਾ ਸੀ। ਦਬ ਕਹਿ ਬਾਹਰ ਥਾਈ ਕੋ ਪਾਏ। ਜਿੱਥੇ ਹੁਣ ਮਾੜੀ ਜੀ ਜਗ੍ਹਾ ਮਿਲਣ ਦੀ ਦੇਰ ਹੈ ਤਾਂ ਉੱਥੇ ਜਾ ਕਰਕੇ ਲੁਕ ਜਾਂਦਾ ਸੀ। ਝਾਰੀ ਝਾਰਨ ਝਾਰਹਿ ਜਾਏ। ਜਿੱਥੇ ਹੁਣ ਬੜੀਆਂ ਸੰਘਣੀਆਂ ਕੰਡਿਆਲੀਆਂ ਝਾੜੀਆਂ ਵੱਡੇ ਵੱਡੇ ਝਾੜ ਗੁਰ ਸਿੱਖਾਂ ਨੂੰ ਅੱਗੇ ਲੰਘਣਾ ਵੀ ਬੜਾ ਔਖਾ ਹੋ ਜਾਂਦਾ ਸੀ। ਕਈ ਕੋਸ ਇਸ ਵਿਦ ਚੱਲ ਗਏ। ਹੁਣ ਇਸੇ ਤਰ੍ਹਾਂ ਤਿੱਤਰ ਦੀ ਭਾਲ ਕਰਦਿਆਂ ਸਤਿਗੁਰੂ ਜੀ ਆਪਣੇ ਜੋਧੇ ਸੂਰਮਿਆਂ ਦੇ ਸਮੇਤ ਕਈ ਕੋ ਜੰਗਲਾਂ ਦੇ ਵਿੱਚ ਅੱਗੇ ਨੂੰ ਲੰਘ ਗਏ ਨੇ। ਥਕਤ ਤੁਰੰਗਮ ਭੀ ਤਬ ਭਏ। ਹੁਣ ਇਸ ਨੂੰ ਪਕੜਦਿਆਂ ਜਿਹੜੇ ਘੋੜੇ ਉਹ ਵੀ ਬੜੇ ਥਕਾਵਟ ਦੇ ਸਹਿਤ ਹੋ ਗਏ ਸਨ। ਪਕਰਿਓ ਜਾਏ ਯਤਨ ਬਹੁ ਕਰਕੇ। ਬੜੇ ਯਤਨ ਕਰਦਿਆਂ ਮਸਾਂ ਕਾ ਬਹੁਤ ਸੰਘਣੇ ਝਾੜਾਂ ਦੇ ਵਿੱਚੋਂ ਜਦੋਂ ਖਾਲਸੇ ਨੇ ਇਸ ਤਿੱਤਰ ਨੂੰ ਪਕੜ ਲਿਆ ਸੀ। ਕਹਿ ਕਰ ਪਰ ਉਖਰਾਏ ਸੁਧਰ ਕੇ। ਉਸ ਸਮੇਂ ਸਤਿਗੁਰੂ ਜੀ ਕਹਿ ਲਗੇ ਵੀ ਆਦੇ ਜਿਹੜੇ ਖੰਭ ਹੱਥਾਂ ਦੇ ਨਾਲ ਪੱਟ ਦਿਓ ਫਿਰ ਅੱਗੇ ਉਡਾਰੀ ਮਾਰਨ ਜੋਗਾ ਨਹੀਂ ਰਹੇਗਾ। ਪੁੰਨ ਛੁਰਵਾਇਓ ਤੀਤਰ ਆਗਾ। ਉਹ ਤੋਂ ਬਾਅਦ ਫਿਰ ਸਤਿਗੁਰੂ ਜੀ ਨੇ ਇਸ ਤਿੱਤਰ ਨੂੰ ਹੱਥਾਂ ਦੇ ਵਿੱਚੋਂ ਆਗਿਆ ਕਰਕੇ ਛੁਡਵਾ ਦਿੱਤਾ ਸੀ। ਬਾਜ ਜੀਅਤ ਕੋ ਪਖਨ ਲਾਗਾ। ਜਿਹੜਾ ਸੀ ਸਤਿਗੁਰੂ ਜੀ ਦਾ ਬਾਜ ਇਸ ਜਿਉਂਦੇ ਤਿੱਤਰ ਨੂੰ ਹੀ ਜਾ ਕਰਕੇ ਖਾਣ ਲੱਗ ਪਿਆ। ਤੋਰ ਤੋਰ ਆਮਿਖ ਤਿਸ ਕੇਰਾ। ਹੁਣ ਇਸ ਤਿੱਤਰ ਦੀ ਜੜੀ ਬੋਟੀ ਜਾ ਕਰਕੇ ਬਾਜ ਨੇ ਕਰ ਦਿੱਤੀ ਹੈ। ਖਾਏ ਜਾਤ ਦੇ ਕਸ਼ਟ ਵਡੇਰਾ। ਤਿੱਤਰ ਨੂੰ ਬੜਾ ਖੇਦ ਬੜਾ ਕਸ਼ਟ ਦੇ ਕੇ ਹੁਣ ਬਾਜ ਨੇ ਤਾਂ ਇਸ ਦੇ ਸਰੀਰ ਦੇ ਟੁਕੜਾ ਕਰਕੇ ਸਾਰਾ ਹੀ ਅੰਦਰ ਲੰਘਾ ਲਿਆ ਸੀ। ਆਪਣਾ ਹਜ਼ੂਰ ਖੁਲਾਵਹਿ ਖਰੇ। ਆਪਣੀ ਹਜ਼ੂਰੀ ਦੇ ਵਿੱਚ ਮਹਾਰਾਜ ਨੇ ਤਿੱਤਰ ਦੀਆਂ ਸਾਰੀਆਂ ਜੜੀਆਂ ਬੋਟੀਆਂ ਬਾਜ ਨੂੰ ਖਵਾ ਦਿੱਤੀਆਂ ਸੀ। ਪਲ ਬੋਟੀ ਕਾਟਤ ਭਖ ਕਰੇ। ਜਿਹੜੀ ਬਾਗ ਦੀ ਚੁੰਝੋ ਵੀ ਹੁੰਦੀ ਆ ਬੜੀ ਤਿੱਖੀ ਨਿੱਕੀਆਂ ਬੋਟੀਆਂ ਕਰਕੇ ਉਹ ਵੀ ਖਾਂਦਾ ਜਾ ਰਿਹਾ ਸੀ। ਦਾਨ ਸਿੰਘ ਬੋਲਿਓ ਪਿਖ ਠਾਂਡੇ। ਹੁਣ ਇਹੋ ਜਿਹਾ ਚਰਜ ਕੌਤਕ ਦੇ ਕੇ ਉਸ ਸਮੇਂ ਭਾਈ ਦਾਨ ਸਿੰਘ ਜੀ ਦੇ ਪਾਸੋਂ ਰਿਹਾ ਨਾ ਗਿਆ। ਇਹਨੇ ਦੋਵੇਂ ਹੱਥ ਜੋੜ ਕੇ
ਸਤਿਗੁਰੂ ਜੀ ਦੇ ਅੱਗੇ ਅਰਜ਼ ਕਰ ਦਿੱਤੀ ਸੀ। ਆਪ ਪ੍ਰਭੂ ਤੁਮ ਹੋ ਵੱਡ ਡਾਢੇ। ਸੱਚੇ ਪਾਤਸ਼ਾਹ ਵੀ ਆਪ ਤਾਂ ਬੜੇ ਹੀ ਡਾਢੇ ਹੋ, ਬੜੇ ਬੇਅੰਤੋਂ। ਆਪ ਦੀ ਅਚਰਜ ਲੀਲਾ ਨੂੰ ਭਾਵੇਂ ਸਾਡੇ ਵਰਗੇ ਜਿਹੜੇ ਤੁਛਬੁੱਧੀ ਵਾਲੇ ਜੀਵ ਸਮਝ ਨਹੀਂ ਸਕਦੇ ਹਨ। ਕੋਏ ਨਾ ਕੁਛ ਕਹਿ ਸਕਹਿ ਕੈਸੇ। ਹੁਣ ਸਾਡੇ ਪਾਸ ਦਾ ਇਹਦਾ ਇਸ ਗੱਲ ਦਾ ਕੋਈ ਜਵਾਬ ਹੀ ਨਹੀਂ ਆਉਂਦਾ ਹੈ। ਅਬ ਡਾਢੀ ਕ੍ਰਿਤ ਕੀਨਸ ਜੈਸੇ। ਜਿਸ ਪ੍ਰਕਾਰ ਆਪ ਡਾਢੇ ਹੋ, ਵੈਸੇ ਬੜੇ ਡਾਢੇ ਕੌਤਕ ਬੜੀ ਚਰਜ ਲੀਲਾ ਉਹ ਸਾਡੇ ਸਾਰਿਆਂ ਦੇ ਸਾਹਮਣੇ ਆਪਣੇ ਕਰਕੇ ਦਿਖਾ ਦਿੱਤੀ ਹੈ। ਇਤਨੀ ਕੀਨ ਦੌਰ ਇਸ ਬੇਰਾ। ਭਾਈ ਦਾਨ ਸਿੰਘ ਕਹਿ ਲੱਗਾ ਗਰੀਬ ਨਵਾਜ਼ ਸੱਚੇ ਪਾਤਸ਼ਾਹ ਵੀ ਆ ਇੱਕ ਛੋਟੇ ਜਿਹੇ ਜਾਨਵਰ ਤਿੱਤਰ ਨੂੰ ਪਕੜਨ ਦੇ ਲਈ ਦੇ ਲਓ ਕਿਤਨੀ ਜਿਹੜੀ ਖੇਚਲ ਜੋਧੇ ਸੂਰਮਿਆਂ ਨੇ ਆਪਣੇ ਵੱਲੋਂ ਕੀਤੀ ਹੈ। ਕਹਾ ਸ਼ੇਰ ਕੋ ਹੇਰ ਅਖੇਰਾ। ਸੱਚੇ ਪਾਤਸ਼ਾਹ ਵੀ ਇਤਨਾ ਖੇਤ ਇਤਨੀ ਥਕਾਵਟ ਤਾਂ ਕਦੇ ਸ਼ਿਕਾਰ ਖੇਡਣ ਲੱਗਿਆ ਵੀ ਖਾਲਸੇ ਨੇ ਨਹੀਂ ਚੱਲੀ। ਆ ਛੋਟਾ ਜਿਹਾ ਵਿਚਾਰਾ ਇੱਕ ਤਿੱਤਰ ਹੈ, ਉਹਨੂੰ ਪਕੜਨ ਵਾਸਤੇ ਆ ਵੱਡੇ ਵੱਡੇ ਘੋੜੇ ਉਹ ਵੀ ਆਪ ਜੀ ਨੇ ਜੰਗਲਾਂ 'ਚ ਭਜਾ ਕੇ ਥਕਾ ਦਿੱਤੇ ਹਨ। ਇੱਕ ਤੀਤਰ ਕੇ ਧਾਏ ਪਿਛਾਰੇ। ਇੱਕ ਛੋਟੇ ਜਿਹੇ ਤਿੱਤਰ ਦੇ ਪਿੱਛੇ ਆਪਾਂ ਨੂੰ ਆ ਕਿਤਨੇ ਕੋਹਾਂ ਆ ਕੇ ਜੰਗਲ ਨੂੰ ਗਾਉਣਾ ਪੈ ਗਿਆ। ਦੀਏ ਹੁਸਾਏ ਤੁਰੰਗਮ ਸਾਰੇ। ਭਾਈ ਦਾਨ ਸਿੰਘ ਇਹਨੇ ਦੋਵੇਂ ਹੱਥ ਜੋੜੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਅੱਗੇ। ਮਹਾਰਾਜ ਆ ਚਲਦਿਆਂ ਦੇ ਲੋ ਆਪਣੇ ਘੋੜੇ ਵੀ ਬੜੀ ਥਕਾਵਟ ਦੇ ਸਹਿਤ ਹੋ ਚੁੱਕੇ ਹਨ। ਜੇ ਸ਼ਿਕਾਰ ਕੀ ਚਾਹ ਕਰਨ ਤੇ। ਸੱਚੇ ਪਾਤਸ਼ਾਹ ਵੀ ਜੇ ਹੁਣ ਤਿੱਤਰ ਦਾ ਸ਼ਿਕਾਰ ਕੱਢਣ ਵਾਸਤੇ ਆਪਣੇ ਮਨ ਦੇ ਵਿੱਚ ਕੋਈ ਚਾਹਨਾ ਪੈਦਾ ਹੋ ਗਈ ਹੈ। ਤੀਤਰ ਸਹੇ ਅਨੇਕ ਹਨੰਤੇ। ਆਪਾਂ ਨੇ ਫਿਰ ਰਾਜੋਂ ਹੀ ਬੜੇ ਖਰਗੋਸ਼ ਜਾਂ ਤਿੱਤਰ ਮਾਰ ਲੈਣੇ ਸਨ। ਸ਼੍ਰੀ ਮੁਖ ਤੇ ਕਹਿ ਤੇ ਸਮਝਾਇਓ। ਇਹ ਸੁਣ ਕਰਕੇ ਫਿਰ ਸਰਬੱਗ ਤਰਕਾਲਦਰਸੀ ਸਤਿਗੁਰੂ ਜੀ ਭਾਈ ਦਾਨ ਸਿੰਘ ਜੀ ਨੂੰ ਆਪਣੇ ਵੱਲੋਂ ਸਮਝਾਉਣ ਲੱਗੇ ਸਨ। ਦਾਨ ਸਿੰਘ ਸੁਣੀਐ ਜਿਮ ਕਾਇਓ। ਕਹਿ ਲੱਗੇ ਭਾਈ ਦਾਨ ਸਿਆ ਸਾਡੇ ਵਚਨਾਂ ਨੂੰ ਜਰਾ ਧਿਆਨ ਦੇ ਨਾਲ ਸੁਣ ਲੈ ਵੀ ਇਹ ਤਿੱਤਰ ਅਸੀਂ ਕਿਸ ਕਾਰਨ ਕਰਕੇ ਪਕੜਿਆ ਹੈ। ਨਹੀਂ ਚਾਹੋ ਕੁਛ ਕਰਨ ਸ਼ਿਕਾਰਾ। ਹੁਣ ਸਾਡੇ ਮਨ ਦੇ ਵਿੱਚ ਸ਼ਿਕਾਰ ਖੇਡਣ ਦੀ ਕੋਈ ਬਹੁਤੀ ਵੱਡੀ ਕਦੇ ਚਾਹਨਾ ਨਹੀਂ ਪੈਦਾ ਹੁੰਦੀ ਹੈ। ਇਸ ਲਗ ਕਾਰਜ ਹੁਤੋ ਹਮਾਰਾ। ਪਰ ਇਸ ਤਿੱਤਰ ਤੱਕ ਕੋਈ ਸਾਡਾ ਇੱਕ ਬਹੁਤ ਵੱਡਾ ਕਾਰਜ ਜਿਹੜਾ ਇਹ ਪਿਛਲੇ ਜਨਮ ਦਾ ਬਣਿਆ ਹੋਇਆ ਹੈ। ਆਸ਼ੈ ਜਬ ਗੰਭੀਰ ਸੁਨ ਪਰੇ। ਹੁਣ ਜਦੋਂ ਭਾਈ ਦਾਨ ਸਿੰਘ ਜੀ ਨੇ ਸਤਿਗੁਰੂ ਜੀ ਦਾ ਬਹੁਤ ਵੱਡਾ ਗੰਭੀਰ ਆਸਾ ਆਪਣੇ ਕੰਨਾਂ ਦੇ ਨਾਲ ਸੁਣ ਲਿਆ। ਦਾਨ ਸਿੰਘ ਪੁਨ ਬੂਝਨ ਕਰੇ। ਆ ਸਮੇਂ ਭਾਈ ਦਾਨ ਸਿੰਘ ਜੀ ਵੀ ਫਿਰ ਸਾਰੀ ਵਾਰਤਾ ਪੁੱਛਣ ਦੇ ਲਈ ਮਹਾਰਾਜ ਦੇ ਅੱਗੇ ਬੇਨਤੀ ਕਰਨ ਲੱਗ ਪਏ ਸੀ। ਪਾਤਸ਼ਾਹੋ ਦੇਹੋ ਸਕਲ ਸੁਨਾਏ। ਸੱਚੇ ਪਾਤਸ਼ਾਹ ਵੀ ਕਿਹੜਾ ਹੋ ਜਿਆ ਬਹੁਤ ਵੱਡਾ ਕਾਰਜ ਆਪ ਜੀ ਨੂੰ ਇਸ ਤਿੱਤਰ ਦੇ ਨਾਲ ਪੈ ਚੁੱਕਿਆ ਹੈ। ਕਿਸ ਕਾਰਨ ਤੇ ਇਤਕ ਧਾਏ। ਕਿਸ ਮਨੋਰਥ ਦੇ ਲਈ ਆਪਾਂ ਨੇ ਦੇ ਲੋ ਕਿਤਨੇ ਜਿਹੜੇ ਕੋ ਆ ਸਫਰ ਦੇ ਤੈਅ ਕਰ ਲਏ ਹਨ। ਸ਼੍ਰੀ ਮੁਖ ਕਹਿਓ ਸੁਨੋ ਇਸ ਕਾਜ। ਉਹ ਸਮੇਂ ਸਤਿਗੁਰੂ ਜੀ ਭਾਈ ਦਾਨ ਸਿੰਘ ਜੀ ਨੂੰ ਸਮਝਾਉਣ ਲੱਗੇ ਸਨ। ਤੀਤਰ ਜਾਟ ਬਾਣੀਆਂ ਬਾਜ। ਭਾਈ ਦਾਨ ਸਿੰਘ ਜੀ ਪਿਛਲੇ ਜਨਮ ਦੇ ਵਿੱਚ ਜਿਹੜਾ ਹੈ ਤਿੱਤਰ ਇੱਕ ਜ਼ਿਮੀਂਦਾਰ ਘਰਾਣੇ ਦੇ ਵਿੱਚ ਪੈਦਾ ਹੋਇਆ ਤੇ ਜਿਹੜਾ ਹੈ ਦੂਜੇ ਨੰਬਰ ਤੇ ਬਾਜ ਇਹਨੇ ਫਿਰ ਸੇਠਾਂ ਦੇ ਘਰ ਦੇ ਵਿੱਚ ਆਪਣਾ
ਜਨਮ ਧਾਰਨ ਕੀਤਾ ਹੋਇਆ ਸੀ। ਪੂਰਬ ਜਨਮ ਹੁਤੇ ਨਰ ਇਹੀ। ਇਹ ਪਹਿਲੇ ਜਨਮ ਦੇ ਵਿੱਚ ਇਹਨਾਂ ਨੇ ਆਪਣੇ ਮਨੁੱਖਾਂ ਦੇ ਸਰੀਰ ਧਾਰਨ ਕੀਤੇ। ਇੱਕ ਜ਼ਿਮੀਂਦਾਰਾਂ ਦੇ ਘਰ ਦੇ ਵਿੱਚ ਪੈਦਾ ਹੋਇਆ ਤੇ ਦੂਜਾ ਫਿਰ ਬਾਣੀਆਂ ਦੇ ਪਰਿਵਾਰ ਦੇ ਵਿੱਚ ਪੈਦਾ ਹੋਇਆ ਸੀ। ਜਾਟ ਕਰਜ ਲੈ ਬਨੀਏ ਤੇਹੀ। ਜਦੋਂ ਕੋਈ ਲੋੜ ਪੈਣ ਤੇ ਜ਼ਿਮੀਂਦਾਰ ਨੇ ਬਹੁਤ ਸਾਰਾ ਜਿਹੜਾ ਕਰਜ਼ਾ ਇਸ ਸ਼ਾਹੂਕਾਰ ਦੇ ਪਾਸੋਂ ਚੁੱਕ ਲਿਆ। ਅਪਰ ਗ੍ਰਾਮ ਮਹਿ ਬਸਿਓ ਸੋ ਜਾਏ। ਪਰ ਜਦੋਂ ਇਹ ਕਰਜ਼ਾ ਨਾ ਦੇ ਸਕਿਆ, ਡਰਦੇ ਮਾਰੇ ਨੇ ਆਪਣੀ ਜਿਹੜੀ ਰਹਿਸ਼ ਕਿਸੇ ਹੋਰ ਪਿੰਡ ਦੇ ਵਿੱਚ ਜਾ ਕਰਕੇ ਕਰ ਲਈ ਸੀ। ਬਨੀਏ ਗਹਿਓ ਲੱਗਿਓ ਕਬਦਾਏ। ਜਦੋਂ ਹੁਣ ਸੇਠ ਦਾ ਲੱਗਿਆ ਦਾ, ਜਾ ਕਰਕੇ ਇਸ ਜ਼ਿਮੀਂਦਾਰ ਨੂੰ ਦੂਜੇ ਪਿੰਡ ਦੇ ਵਿੱਚ ਦਵਾ ਲਿਆ ਸੀ। ਦਰਬ ਦੀਏ ਬਿਨ ਤਜਉ ਨਾ ਤੋਹੀ। ਸੇਠ ਕਹਿਣ ਲੱਗਿਆ ਵੀ ਦੇਖ, ਜਿਤਨਾ ਚਿਰ ਮੇਰਾ ਪੈਸਾ ਨਹੀਂ ਨਾ ਦਿੰਦਾ, ਉਤਨਾ ਚਿਰ ਮੈਂ ਤੈਨੂੰ ਨਹੀਂ ਛੱਡਾਂਗਾ। ਦਗਾ ਗਇਓ ਕਰ ਕੈ ਸੰਗ ਮੋਹੀ। ਤਾਂ ਮੇਰੇ ਦਾ ਨਾਲ ਬਹੁਤ ਵੱਡਾ ਧਗਾ, ਬੜਾ ਇੱਕ ਤਰ੍ਹਾਂ ਦਾ ਕਪਟ ਛਲ ਕਰ ਲਿਆ। ਔਰ ਕਰਜ਼ਾ ਦੇਣ ਦੇ ਮਾਰੇ ਨੇ ਆਪਣਾ ਪਰਿਵਾਰ ਜਾ ਕਰਕੇ ਦੂਜੇ ਪਿੰਡ ਦੇ ਵਿੱਚ ਵਸਾ ਲਿਆ ਸੀ। ਅਬ ਕਹਿ ਦੇਹੋ ਛੋਰ ਦੇਵੋਂ ਲਗ ਵਿਰਾਟ ਕਾ ਤੋਰ। ਸੈਲ ਕਹਿ ਲੱਗਿਆ, ਕੌਡੀ ਕੌਡੀ ਆਪਣੇ ਹੱਥ ਦੇ ਉੱਪਰ ਰਖਵਾ ਕੇ ਫੇਰ ਤੈਨੂੰ ਮੈਂ ਛੱਡਣਾ ਹੈ। ਸੁਨ ਬਨੀਆ ਕਹਿ ਜਾਮਨ ਦੀਜੈ। ਜਾ ਕਹਿਣ ਲੱਗਿਆ ਕਿਸੇ ਦੀ ਜਾਮਨੀ ਭਰਵਾ ਦੇ ਤਾਂ ਫਿਰ ਤੇਰਾ ਛੁਟਕਾਰਾ ਹੋ ਸਕਦਾ ਹੈ। ਛੁਟ ਕਰ ਜਾਹੋ ਸਦਨ ਮਗ ਲੀਜੈ। ਜੇ ਕੋਈ ਤੇਰੀ ਜਾਮਨੀ ਕੋਈ ਪਿੰਡ ਚੋਂ ਆ ਕਰਕੇ ਗਵਾਹੀ ਭਰ ਦੂ, ਫਿਰ ਮੈਂ ਤੈਨੂੰ ਹੁਣੇ ਹੀ ਛੱਡ ਦਿਆਂਗਾ। ਕਹਿ ਜਾਟ ਕੋ ਜਾਮਨ ਮੇਰੋ। ਸੁਣ ਕਰਕੇ ਜ਼ਿਮੀਂਦਾਰ ਕਹਿਣ ਲੱਗਿਆ ਵੀ ਇੱਥੇ ਤਾਂ ਮੇਰੀ ਕਿਸੇ ਨੇ ਵੀ ਪਿੰਡ ਚੋਂ ਆ ਕਰਕੇ ਕੋਈ ਵੀ ਜਾਮਨੀ ਨਹੀਂ ਭਰਨੀ ਹੈ। ਗੁਰ ਬਿਨ ਇਹ ਠਾਂ ਆਨ ਨਾ ਹੇਰੋ। ਹੁਣ ਗੁਰੂ ਤੋਂ ਬਗੈਰ ਇੱਥੇ ਮੇਰੇ ਪਾਸ ਕੋਈ ਵੀ ਪ੍ਰਾਣੀ, ਕੋਈ ਵੀ ਮਨੁੱਖ ਪਿੰਡ ਦਾ ਹਾਜ਼ਰ ਨਹੀਂ ਹੋ ਸਕਦਾ ਹੈ। ਸੁਨ ਬਨੀਆ ਕਹਿ ਧਰਮ ਰਖੀਜੈ। ਇਹ ਸੁਣ ਕਰਕੇ ਸ਼ਾਹੂਕਾਰ ਕਹਿਣ ਲੱਗਾ ਵੀ ਜੇ ਤੂੰ ਆਪਣੇ ਧਰਮ ਦੇ ਉੱਪਰ ਪਰਪੱਕ ਰਹੇਗਾ, ਗੁਰ ਕੋ ਹੀ ਜਾਮਨ ਕਰ ਦੀਜੈ। ਕੋਈ ਗੱਲ ਨਹੀਂ, ਤੂੰ ਆਪਣੇ ਗੁਰੂ ਦੀ ਗਵਾਹੀ ਭਰ ਦੇ, ਫਿਰ ਮੈਂ ਤੈਨੂੰ ਹੁਣੇ ਹੀ ਛੱਡ ਦੇਣਾ ਹੈ। ਮੁਝ ਕੋ ਦੇ ਜਾਮਨ ਛੁੱਟ ਗਇਓ। ਪਰ ਜਿਤਨਾ ਚਿਰ ਕਿਸੇ ਦੀ ਜਾਮਨੀ, ਕਿਸੇ ਦੀ ਗਵਾਹੀ ਨਹੀਂ ਦੇਵੇਂਗਾ, ਉਤਨਾ ਚਿਰ ਮੈਂ ਤੈਨੂੰ ਫਿਰ ਇਸ ਥਾਂ ਤੋਂ ਨਹੀਂ ਛੱਡਣਾ ਹੈ। ਨਹਿ ਧਨ ਦਿਓ ਮ੍ਰਿਤਕ ਪੁਨ ਭਇਓ। ਹੁਣ ਉਸ ਜ਼ਿਮੀਂਦਾਰ ਨੇ ਗੁਰੂ ਦੀ ਜਿਹੜੀ ਜਾਮਨੀ ਆਪਣੇ ਵੱਲੋਂ ਦੇ ਦਿੱਤੀ, ਪਰ ਜਿਹੜਾ ਸੀ ਸੇਠ ਦਾ ਕਰਜ਼ਾ ਉਹ ਤਾਂ ਨਹੀਂ ਮੋੜ ਚੁੱਕਿਆ ਤੇ ਪਹਿਲਾਂ ਹੀ ਫਿਰ ਇਸ ਦੀ ਮੌਤ ਹੋ ਗਈ ਸੀ। ਇਹ ਬਾਜ ਕੋ ਪੂਰਬ ਗਿਆਤਾ। ਮਹਾਰਾਜ ਕਹਿ ਲੱਗੇ ਭਾਈ ਦਾਨ ਸਿੰਘ ਜੀ, ਆ ਜਿਹੜਾ ਬਾਜ ਉਹ ਰੋਜ਼ਾਨਾ ਸਾਡੇ ਕਰ ਕਮਲਾਂ ਦੇ ਉੱਪਰ ਬਹਿੰਦਾ ਹੈ, ਵੀ ਇਹਨੂੰ ਪਿਛਲੇ ਜਨਮ ਦਾ ਗਿਆਨ ਵੀ ਪ੍ਰਾਪਤ ਹੋ ਗਿਆ। ਹਮਰੋ ਹਾਥ ਸਪਰਸੇ ਗਾਤਾ। ਹੁਣ ਜਿਵੇਂ ਜਿਵੇਂ ਨੇ ਸਾਡੇ ਆ ਕੇ ਹੱਥ ਸਪਰਸ਼ ਕੀਤੇ, ਹੁਣ ਇਹਦੇ ਪਾਪ ਵੀ ਸਾਰੇ ਨਸ਼ਟ ਹੋ ਗਏ ਹਨ। ਨਹਿ ਤੀਤਰ ਕੋ ਇਸਨੇ ਮਾਰਾ। ਇਸੇ ਕਰਕੇ ਤੁਹਾਡੇ ਸਾਹਮਣੇ ਹੈ, ਅਸੀਂ ਆਪਣੇ ਬਾਏ ਨੂੰ ਛੱਡਿਆ ਵੀ ਹੱਥ ਤੋਂ, ਪਰ ਇਹਨੇ ਜਾ ਕੇ ਤਿੱਤਰ ਦੇ ਉੱਪਰ ਕੋਈ ਵੀ ਆਪਣੀ ਜਿਹੜੀ ਝਪਟ ਨਹੀਂ ਮਾਰੀ ਸੀ। ਲੈ ਹੋ ਜਾਮਨ ਤੇ ਨਿਰਧਾਰਾ। ਇਹ ਸੋਚਦਾ ਵੀ ਮੈਂ ਗੁਰੂ ਦੀ ਜਾਮਨੀ ਪਰਵਾ ਕੇ ਨਾ ਫਿਰ ਇਹਦੇ ਨਾਲ ਆਪਣਾ ਜਿਹੜਾ ਪਿਛਲੇ ਜਨਮ ਦਾ ਲੇਖਾ ਜੋਖਾ ਨਿਬੇੜ ਲੈਣਾ। ਹਮਨੇ ਆਪਨ ਜਾਮਨੀ ਲਾਹੀ। ਹੁਣ ਇਸ ਤਿੱਤਰ ਨੂੰ ਐਸੇ ਕਰਕੇ ਆ ਵੱਡੇ ਵੱਡੇ ਸੰਘਣੇ
ਝਾੜਾਂ ਚੋਂ ਪਕੜ ਕਰਕੇ ਅਸੀਂ ਇਹਦੀ ਜਿਹੜੀ ਦਿੱਤੀ ਹੋਈ ਜਾਮਨੀ ਉਤਾਰ ਦਿੱਤੀ ਹੈ। ਜੀਅਤ ਦਿਓ ਗਹਿ ਵੱਡ ਵੱਡ ਖਾਹੀ। ਆ ਜਿਉਂਦਾ ਜੀ ਇਹ 77 ਨੂੰ ਬਾਦੇ ਵਾਲੇ ਕਰ ਦਿੱਤਾ ਸੀ। ਸੁਨ ਕਰ ਦਾਨ ਸਿੰਘ ਕਰ ਜੋਰੇ। ਇਹ ਸੁਣ ਕੇ ਭਾਈ ਦਾਨ ਸਿੰਘ ਨੇ ਤਾਂ ਫਿਰ ਮਹਾਰਾਜ ਦੇ ਅੱਗੇ ਆਪਣੇ ਹਾਥੀ ਜੋੜ ਦਿੱਤੇ ਸੀ। ਪਰਿਓ ਚਰਨ ਪਰ ਪ੍ਰਭੂ ਨਿਹੋਰੇ। ਉਸੇ ਬਾਤ ਭਾਈ ਦਾਨ ਸਿੰਘ ਤਾਂ ਮਹਾਰਾਜ ਦੇ ਚਰਨਾਂ ਦੇ ਉੱਪਰ ਡਿੱਗ ਪਏ ਸਨ। ਸੱਚੇ ਪਾਤਸ਼ਾਹ ਵੀ ਆਪ ਹੋ ਤਰਕਾਲਦਰਸੀ। ਹੁਣ ਜਿਹੜਾ ਵੀ ਜੀਵ ਧਰਤੀ ਦੇ ਉੱਪਰ ਪੈਦਾ ਹੋਏ ਹਨ ਉਹਨਾਂ ਦਾ ਜਿਹੜਾ ਹਿਸਾਬ ਕਿਤਾਬ ਜੋ ਵੀ ਕਰਮਾਂ ਦਾ ਕੋਈ ਲੈਣਾ ਦੇਣਾ ਉਹਨੂੰ ਸਾਡੇ ਵਰਗੇ ਤਾਂ ਨਹੀਂ ਜਾਣ ਸਕਦੇ ਹਨ। ਆਪ ਨੂੰ ਪਤਾ ਹੈ ਵੀ ਕਿਵੇਂ ਇਹਨਾਂ ਦਾ ਜਿਹੜਾ ਪਿਛਲੇ ਜਨਮ ਦਾ ਕੋਈ ਲੇਖਾ ਜੋਖਾ ਨਿਬੇੜਨਾ ਹੈ। ਦਾਨ ਸਿੰਘ ਕਿਉ ਚਿੰਤ ਅਧੀਨ। ਇਹ ਸੁਣ ਕਰਕੇ ਮਹਾਰਾਜ ਕਹਿਣ ਲੱਗੇ ਵੀ ਤੇ ਇਤਨੀ ਚਿੰਤਾ ਕਾਦੇ ਵਾਸਤੇ ਮਨ ਦੇ ਵਿੱਚ ਧਾਰਨ ਕਰ ਲਈ ਹੈ। ਸੁਨ ਕਰ ਦਾਨ ਸਿੰਘ ਕਰ ਜੋਰੇ। ਇਹ ਸੁਣ ਕਰਕੇ ਫੇਰ ਭਾਈ ਦਾਨ ਸਿੰਘ ਜੀ ਮਹਾਰਾਜ ਦੇ ਅੱਗੇ ਬਾਰ-ਬਾਰ ਹੱਥ ਜੋੜਨ ਲੱਗ ਪਏ ਸਨ। ਪਰਿਓ ਚਰਨ ਪਰ ਪ੍ਰਭੂ ਨਿਹੋਰੇ। ਹੁਣ ਆਪਣੀ ਜਿਹੜੀ ਗਲਤੀ ਬਖਸ਼ਾਉਣ ਦੇ ਲਈ ਬਾਰ-ਬਾਰ ਮਹਾਰਾਜ ਦੇ ਅੱਗੇ ਤਾਂ ਫਿਰ ਡੰਡੌਤਾਂ ਹੀ ਕਰਨ ਲੱਗ ਪਿਆ ਸੀ। ਸਨਮੁਖ ਬੋਲਿਓ ਹੇ ਗੁਰ ਭੂਲਾ। ਸੱਚੇ ਪਾਤਸ਼ਾਹ ਮੈਂ ਬੜੀ ਭੁੱਲ ਦੇ ਵਿੱਚ ਆ ਕੇ ਆਪ ਦੇ ਸਾਹਮਣੇ ਬੜੇ ਇਹੋ ਜਿਹੇ ਬਚਨ ਕੀਤੇ ਹਨ। ਬਖਸ਼ੋ ਮੋਹੇ ਦਾਸ ਅਨੁਕੂਲਾ। ਮਹਾਰਾਜ ਮੈਨੂੰ ਆਪਣੇ ਚਰਨਾਂ ਦਾ ਸੇਵਕ ਦਾਸ ਜਾਣਦੇ ਹੋਇਆਂ ਇਹ ਮੇਰੀ ਬੜੀ ਬਹੁਤ ਵੱਡੀ ਗਲਤੀ ਜੋ ਵੀ ਮੈਂ ਭੁੱਲ ਕੀਤੀ ਹੈ ਆਪ ਹੀ ਬਖਸ਼ਣ ਵਾਲੇ ਹੋ। ਦਾਨ ਸਿੰਘ ਕਿਉ ਚਿੰਤ ਅਧੀਨ। ਮਹਾਰਾਜ ਕਹਿਣ ਲੱਗਾ ਗੁਰਮੁਖਾ ਵੀ ਇਤਨੀ ਚਿੰਤਾ ਦੇ ਬਾਦੇ ਵਿੱਚ ਤੂੰ ਕਿਉਂ ਪੈ ਗਿਆ ਹੈ। ਉੱਤਰ ਹੀ ਤੈ ਬੂਝਨ ਕੀਨ। ਤਾਂ ਹੁਣ ਸਾਡੇ ਪਾਸੋਂ ਇਸ ਤਿੱਤਰ ਜਾਂ ਫਿਰ ਜੋ ਬਾਦ ਦੀ ਵਾਰਤ ਹੈ ਉਹਦਾ ਹੀ ਉੱਤਰ ਪੁੱਛਣਾ ਕੀਤਾ ਸੀ। ਦਾਨ ਸਿੰਘ ਪੁੰਨ ਮਸਤਕ ਟੇਕਾ। ਉਸ ਬਾਤ ਭਾਈ ਦਾਨ ਸਿੰਘ ਨੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ। ਇਸ ਸਾਖੀ ਦਾ ਭਾਵ ਅਰਥ ਇਹੀ ਹੈ ਵੀ ਅਗਰ ਕਿਸੇ ਨੇ ਦੂਜਿਆਂ ਦੇ ਕੋਲੋਂ ਕੋਈ ਲੋੜ ਪੈਣ 'ਤੇ ਮਾਇਆ ਜਾਂ ਕਰਜ਼ਾ ਲੈ ਲਿਆ ਉਹਨੂੰ ਜਿਵੇਂ ਕਿਵੇਂ ਹੋ ਸਕਦਾ ਹੈ ਜਿਹੜੇ ਮੂੰਹ ਨਾਲ ਲਿਆ ਵੀ ਉਸੇ ਮੂੰਹ ਦੇ ਨਾਲ ਵਾਪਸ ਕਰਨਾ ਬਣਦਾ ਹੈ। ਜੋ ਵੀ ਇਹੋ ਜਿਹੀਆਂ ਜਿਹੜੀਆਂ ਸਾਖੀਆਂ ਨੇ ਉਹਨਾਂ ਤੋਂ ਸਾਨੂੰ ਜਿਹੜੀ ਹੈ ਇਹ ਸਿਕਸ਼ਾ ਇਹ ਸ਼ਾਇਦ ਮਿਲਦੀ ਹੈ। ਜੇ ਕਿਸੇ ਕੋਲੋਂ ਚਲੋ ਕੋਈ ਕਰਜ਼ਾ ਮਾਇਆ ਲੈ ਕਰਕੇ ਵਰਤ ਵੀ ਲਈ ਫਿਰ ਸਮਾਂ ਪਾ ਕਰਕੇ ਉਹਦੀ ਉਸੇ ਤਰ੍ਹਾਂ ਵਾਪਸ ਵੀ ਕਰਨੀ ਬਣਦੀ ਹੈ। ਤੁਮਰੀ ਖੁਸ਼ੀ ਚਾਹੇ ਇਹ ਟੇਕਾ। ਉਹ ਸਮੇਂ ਭਾਈ ਦਾਨ ਸਿੰਘ ਕਹਿ ਲੱਗਿਆ ਸੱਚੇ ਪਾਤਸ਼ਾਹ ਵੀ ਅਸੀਂ ਤਾਂ ਆਪ ਦੀਆਂ ਖੁਸ਼ੀਆਂ ਹੀ ਸਦਾ ਵਾਸਤੇ ਪ੍ਰਾਪਤ ਕਰਨੀਆਂ ਚਾਹੁੰਦੇ ਹਾਂ। ਚੜ ਤਹਿ ਤੇ ਪਹੁੰਚੇ ਨਿਜ ਡੇਰੇ। ਇਸ ਥਾਂ ਤੋਂ ਸਤਿਗੁਰੂ ਜੀ ਘੋੜੇ ਤੇ ਹੋ ਕੇ ਸਵਾਰ ਆਪਣੇ ਡੇਰੇ ਦੇ ਵਿੱਚ ਪਹੁੰਚ ਗਏ ਸਨ। ਖਾਨ ਪਾਨ ਕੀਨਸ ਤਿਸ ਬੇਰੇ। ਰਾਹ ਦੇ ਵਕਤ ਸਤਿਗੁਰੂ ਜੀ ਨੇ ਰੁਚੀ ਦੇ ਮੁਤਾਬਕ ਲੰਗਰ ਪਾਣੀ ਛਕਿਆ ਸੀ। ਦੋਹਰਾ ਨਿਸ ਬਿਤਾਏ ਕਰ ਸਤਿਗੁਰੂ ਕੀਨੋ ਸੌਚ ਇਸ਼ਨਾਨ। ਜ਼ਿਆਦਾ ਹੋ ਗਿਆ ਅੰਮ੍ਰਿਤ ਵੇਲਾ ਮਹਾਰਾਜ ਨੇ ਫਿਰ ਖੁੱਲ੍ਹੇ ਜਲ ਦੇ ਨਾਲ ਇਸ਼ਨਾਨ ਵਗੈਰਾ ਕਰ ਲਿਆ ਹੈ। ਜੀਨ ਹਯਨ ਪਰ ਪਾਏ ਕਰ ਚੜੇ ਕੀਓ ਪ੍ਰਸਥਾਨ। ਥੋੜਾ ਜਿਹਾ ਦਿਨ ਚੜ੍ਹੇ ਤੋਂ ਆਪੋ ਆਪਣੇ ਘੋੜਿਆਂ ਤੇ ਜੋਧੇ ਸੂਰਮਿਆਂ ਨੇ ਕਾਟੀਆਂ
ਪਾ ਲਈਆਂ ਸਨ। ਚੌਪਈ ਸਤਿਗੁਰ ਘੋਰੇ ਕੀ ਤਰੈ ਮੇਖ। ਜੋ ਇਸ ਥਾਂ ਤੇ ਸਤਿਗੁਰੂ ਜੀ ਦੇ ਕੋੜੇ ਬੰਨਣ ਦੇ ਲਈ ਸੇਵਕਾਂ ਦਾਸਾਂ ਨੇ ਨਾ ਜਿਹੜੇ 3 ਜੰਡ ਦੇ ਦਰਖਤ ਦੇ ਕਿੱਲੇ ਬਣਾ ਕਰਕੇ ਧਰਤੀ ਦੇ ਵਿੱਚ ਗੱਡੇ, ਉਹਨਾਂ ਦੇ ਨਾਲ ਸਤਿਗੁਰੂ ਜੀ ਦੇ ਘੋੜਿਆਂ ਨੂੰ ਬੰਨਿਆ ਹੋਇਆ ਸੀ। ਲੱਗੀ ਰਹੀ ਤਿਸ ਥਾਨ ਅਸ਼ੇਖ। ਉਹ ਜਿਹੜੇ 3 ਜੰਡ ਦੇ ਦਰਖਤ ਦੇ ਕਿੱਲੇ ਧਰਤੀ ਦੇ ਵਿੱਚ ਸਿੰਘਾਂ ਨੇ ਗੱਡੇ ਗੱਡਾਏ ਛੱਡ ਦਿੱਤੇ ਸਨ। ਜੰਡ ਹਰੇ ਸੋ ਹੋਵਤ ਭਏ। ਸਮਾਂ ਪਾ ਕੇ ਉਹਨਾਂ 3 ਕਿੱਲਿਆਂ ਤੋਂ ਹੀ ਵੱਡੇ ਵੱਡੇ ਜਿਹੜੇ ਜੰਡ ਦੇ ਦਰਖਤ ਪੈਦਾ ਹੋ ਗਏ ਸਨ। ਅਬਲਾ ਖਰੇ ਪਿਖੇ ਜੋ ਗਏ। ਭਾਈ ਸਾਹਿਬ ਜੀ ਨੇ ਆਪਣੇ ਸਮੇਂ ਦੀ ਵਾਰਤਾ ਦੱਸੀ ਹੈ ਵੀ ਜਿਨ੍ਹਾਂ ਨੇ ਉਹਨਾਂ ਜੰਡਾਂ ਦੇ ਦਰਸ਼ਨ ਕੀਤੇ ਹਨ, ਉਹਨਾਂ ਨੇ ਆ ਕਰਕੇ ਦੱਸਿਆ ਵੀ ਉਹ 3 ਜਿਹੜੇ ਜੰਡ ਹੁਣ ਤੱਕ ਉਸ ਥਾਂ ਤੇ ਮੌਜੂਦ ਖੜੇ ਹਨ। ਸਿੱਖ ਸੰਗਤ ਤਹਿ ਬੰਧਨ ਕਰੈ। ਦਸ਼ਮੇਸ਼ ਪਿਤਾ ਦਾ ਪਾਵਨ ਸਥਾਨ ਜਾਣਦੇ ਹੋਇਆਂ ਸਿੱਖ ਸੰਗਤਾਂ ਹੁਣ ਵੀ ਜਾ ਕੇ ਉੱਥੇ ਆਪਣੇ ਸੀਸ ਝੁਕਾਉਂਦੀਆਂ ਹਨ। ਤਿਨ ਕੋ ਦਰਸ਼ਨ ਭੀ ਅਗ ਹਰੈ। ਹੁਣ ਉਸ ਸਥਾਨ ਦਾ ਦੀਦਾਰ ਕੀਤਿਆਂ ਪ੍ਰੇਮੀਆਂ ਦੇ ਵੱਡੇ ਵੱਡੇ ਪਾਪ ਵੀ ਨਸ਼ਟ ਹੁੰਦੇ ਹਨ। ਇਮ ਸ਼੍ਰੀ ਪ੍ਰਭ ਵਿਚਰਤ ਫਿਰ ਆਏ। ਇਹ ਸਤਿਗੁਰੂ ਜੀ ਇਹ ਜੰਗਲ ਦੇ ਵਿੱਚ ਵਿਚਰਦਿਆਂ ਹੋਇਆਂ ਬੜੇ ਹੋ ਜਾਏ ਜੀਵਾਂ ਦੀ ਕਲਿਆਣ ਕਰ ਰਹੇ ਨੇ। ਪਹੁੰਚ ਮੁਕਤ ਸਰ ਸਿਵਰ ਲਗਾਏ। ਚੱਲ ਕਰਕੇ ਸਤਿਗੁਰੂ ਜੀ ਨੇ ਫਿਰ ਮੁਕਤ ਸਰ ਦੀ ਪਾਵਨ ਧਰਤੀ ਤੇ ਆਪਣੇ ਡੇਰੇ ਲਗਾਤੇ ਸੀ। ਹੋਏ ਭਵਿਖਤ ਮੈਂ ਹੈ ਇਹ ਮਹਾ। ਸਤਿਗੁਰੂ ਜੀ ਕਹਿ ਲੱਗੇ ਵੀ ਆਉਣ ਵਾਲੇ ਸਮੇਂ 'ਚ ਇਹ ਬਹੁਤ ਵੱਡਾ ਸਥਾਨ ਬਣ ਜੂ। ਹੁਣ ਤਾਂ ਹੈਗੀ ਨਾ ਇੱਕ ਖਦਰਾਣੇ ਦੀ ਢਾਬ ਜਿਹੜੀ ਚਾਰੇ ਪਾਸੇ ਇਹ ਇਲਾਕੇ ਦੇ ਵਿੱਚ ਬੜੀ ਮਸ਼ਹੂਰ ਹੈ, ਪਰ ਆਉਣ ਵਾਲੇ ਸਮੇਂ 'ਚ ਇਸ ਜਗ੍ਹਾ ਨੇ ਇੱਕ ਬਹੁਤ ਵੱਡੇ ਤੀਰਥ ਦਾ ਹੀ ਰੂਪ ਧਾਰਨ ਕਰ ਲੈਣਾ ਹੈ। ਸਿੱਖ ਇਸ਼ਨਾਨ ਹੈ ਫਲ ਕੋ ਲਾਹਾ। ਜਿਹੜਾ ਵੀ ਗੁਰਮੁਖ ਸ਼ਰਧਾ ਭਾਵਨਾ ਦੇ ਨਾਲ ਇਸ਼ਨਾਨ ਕਰੂ ਤੇ ਉਹਨਾਂ ਨੂੰ ਇੱਥੇ ਬੜੇ ਫਲ ਵੀ ਪ੍ਰਾਪਤ ਹੋਣੇ ਹਨ। ਖਾਨ ਪਾਨ ਕਰ ਨਿਸਾ ਬਿਤਾਈ। ਮਹਾਰਾਜ ਨੇ ਇੱਥੇ ਹੀ ਜਥਾ ਜੋਗ ਭੋਜਨ ਪਾਣੀ ਛਕ ਕੇ ਰਾਤ ਬਤੀਤ ਕਰ ਦਿੱਤੀ ਹੈ। ਸੌਚ ਇਸ਼ਨਾਨੇ ਕੀਨ ਚੜਾਈ। ਆਗਲੇ ਦਿਨ ਇਸ਼ਨਾਨ ਕਰਕੇ ਫਿਰ ਮਹਾਰਾਜ ਅੱਗੇ ਨੂੰ ਰਵਾਨਾ ਹੋ ਗਏ ਹਨ। ਗ੍ਰਾਮ ਰੁਪਾਣੇ ਚੱਲ ਕਰ ਆਏ। ਜਦੋਂ ਸਤਿਗੁਰੂ ਜੀ ਚੱਲ ਕੇ ਰੋ ਪਾਣੇ ਪਿੰਡ ਦੇ ਵਿੱਚ ਪਹੁੰਚ ਗਏ ਸੀ। ਉਤਰੇ ਤਾਹਾਂ ਤੁਰੰਗ ਲਗਾਏ। ਇੱਥੇ ਜਾ ਕਰਕੇ ਸਤਿਗੁਰੂ ਜੀ ਨੇ ਆਪਣੇ ਘੋੜੇ ਬਣਵਾ ਦਿੱਤੇ ਸਨ। ਵਿਚਰਤੇ ਤੁਤ ਧਨ ਸਰ ਧਰ ਕੈ। ਆਪਣੇ ਧਨਸ ਦੇ ਵਿੱਚ ਜੋੜ ਕਰਕੇ ਤੀਰ ਮਹਾਰਾਜ ਆਲੇ ਦੁਆਲੇ ਉਸ ਥਾਂ ਦੇ ਵਿਚਰਨ ਲੱਗ ਪਏ ਸਨ। ਥਲ ਉਤੰਗ ਇੱਕ ਘੋਗੜ ਹੀਰਾ। ਇੱਕ ਉੱਚੇ ਥੇ ਦੇ ਉੱਪਰ ਜਦੋਂ ਸਤਿਗੁਰੂ ਜੀ ਨੇ ਇੱਕ ਬਹੁਤ ਵੱਡਾ ਜਿਹੜਾ ਘੋਗੜ ਬੈਠਿਆ ਹੋਇਆ ਦੇਖਿਆ ਸੀ। ਤੀਰ ਮਾਰ ਤਿਸ ਕੋ ਹੱਥ ਗੇਰਾ। ਮਹਾਰਾਜ ਨੇ ਮਾਰ ਕਰਕੇ ਤੀਰ ਦਾ ਨਿਸ਼ਾਨਾ ਉਹ ਜਿਹੜਾ ਘੋਗੜ ਥੇ ਦੇ ਉੱਪਰੀ ਖਤਮ ਕਰ ਦਿੱਤਾ। ਜੋਰਾ ਸਿੰਘ ਖਰੋ ਤਬ ਪਾਸੀ। ਉਸ ਸਮੇਂ ਭਾਈ ਜੋਰਾ ਸਿੰਘ ਜੀ ਇਹ ਦਸ਼ਮੇਸ਼ ਪਿਤਾ ਦੇ ਬਹੁਤ ਨੇੜੇ ਹੋ ਕਰਕੇ ਖੜੇ ਸਨ। ਪ੍ਰਭ ਜੀ ਘੋਗੜ ਕੀਨ ਬਿਨਾਸ਼ੀ। ਸੱਚੇ ਪਾਤਸ਼ਾਹ ਗਰੀਬ ਨਵਾਜ ਆਪ ਨੇ ਉਹ ਤੀਰ ਮਾਰ ਕੇ ਘੋਗੜ ਦਾ ਕਾਹਦੇ ਵਾਸਤੇ ਅੰਤ ਕਰ ਦਿੱਤਾ ਹੈ। ਇਹ ਕਿਉ ਹਤਿਉ ਕਾਮ ਨਹਿ ਐ। ਮਹਾਰਾਜ ਇਹ ਮਾਰਿਆ ਹੋਇਆ ਘੋਗੜ ਇਹ ਤਾਂ ਆਪਣੇ ਕਿਸੇ ਕੰਮ ਵੀ ਨਹੀਂ ਆਵੇਗਾ। ਇਮ ਹੀ ਪਰਿਉ ਰਹਿ ਕੋਖ ਹੈ। ਵਿਚਾਰੇ ਦਾ ਸਰੀਰ ਇਸੇ ਤਰ੍ਹਾਂ ਹੀ ਆ ਥੇ ਦੇ ਉੱਪਰ ਪਿਆ ਹੋਇਆ
ਰੁਲਦਾ ਰਹਿਣਾ ਹੈ। इसके मारन को क्या कारण। ਸੱਚੇ ਪਾਤਸ਼ਾਹ ਵੀ ਇਸ ਘੋਗਲ ਨੂੰ ਮਾਰਨ ਦਾ ਬਹੁਤ ਵੱਡਾ ਕਾਰਨ ਕੀ ਹੈ। पातशाहो प्रभ कहे हो उचारन। ਸੱਚੇ ਪਾਤਸ਼ਾਹ ਸਾਨੂੰ ਵੀ ਦੱਸ ਦਿਓ ਵੀ ਇਸ ਘੋਗਲ ਦੇ ਆਪਣੇ ਧਨ ਦੇ ਵਿੱਚੋਂ ਕਾਹਦੇ ਵਾਸਤੇ ਤੀਰ ਮਾਰ ਦਿੱਤਾ ਹੈ। श्री मुख ते कह के समझायो। ਉਹ ਸਮੇਂ ਸਤਿਗੁਰੂ ਜੀ ਨੇ ਜਿਸ ਪ੍ਰਕਾਰ ਇਹਦੀ ਸਾਰੀ ਵਾਰਤਾ ਦੱਸਣੀ ਹੈ ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕਰਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਬੜਭਾਗੇ ਗੁਰ ਸਿੱਖਾ ਤਾਈ ਨੇ ਹਾਲ ਕਰ ਰਹੇ ਨੇ। श्री मुख ते कह के समझायो। सौ तन घोगड़ को इन पायो। श्री मुख ते कह के समझायो। सौ तन घोगड़ को इन पायो। हे चौथे पार ब्रह्म अविनाशी योग अविनाश हे